एक बहादुर सिमरे कर नौनित आवे आई सब भाई हुए सहाय सब भाई हुए सहाय एक बहादुर सिमरे एक
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਏਕ ਬਹਾਦਰ ਸਿਮਰਿਐ ਹਰਿ ਨਾਨਕ ਆਵੇ ਪਾਏ ਕਦ ਤਾਈ ਹੋਏ ਸਹਾਈ ਕਦ ਤਾਈ ਹੋਏ ਸਹਾਈ ਕਦ ਤਾਈ ਹੋਏ ਸਹਾਈ ਸ਼ਲੋਕ ਪਵਨ ਗੁਰੂ ਆੜੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਲਾਈ ਲਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਾਈਆ ਵਚ ਧਰਮ ਮਤੁਰ ਕਰਮਿਆ ਕੋ ਆਪਣੀ ਕਿ ਮਿੜੈ ਕੇ ਦੂਰ ਜਿਨੀ ਨਾਮ ਤੇ ਆਇਆ ਵੇ ਮਸਕਤ ਬਾਲਕ ਤੇ ਮੁਖ ਜਲੇ ਕੀਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਨਾਨਕ ਪਿਆਓ ਸਾਹਿਬ ਜੀ ਦੀ ਯਾਤਰਾ ਕਰਦੇ ਹੋਏ ਜੁਗੋ ਜੁਗ ਅਟਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਸਜੇ ਹੋਏ ਸੁੰਦਰ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ। ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਨਰਿੰਦਰਜੀਤ ਸਿੰਘ ਜੀ ਕੋਮਲ ਉਹ ਕੀਰਤਨ ਦੀ ਸੇਵਾ ਨਿਭਾ ਰਹੇ ਸਨ। ਬੜੇ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਸਮਾਂ ਹੈ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਦਾ। ਆਓ ਅਗਲੇ ਸਮੇਂ ਵਾਸਤੇ ਕੁਝ ਸਮਾਂ ਗੁਰੂ ਦਰਬਾਰ ਵਿੱਚ ਬੈਠ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਲਈਏ। ਸੇਵਾ ਨਿਭਾ ਰਹੇ ਨੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਨਾਨਕ ਪਿਆਓ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਗੁਰੂ
ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਰਾਮਦਾਸ ਗੁਰੂ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਈ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਗੁਰੂ ਨਾਨਕ ਪੁਰਸ਼ੋਤਮੰ ਪਰਵ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਚੁੱਤ ਮਹਾਂਪੁਰਖ ਗੁਣ ਖਾਨੀ ਪਰਮ ਕਿਰਪਾਲ ਪਰਮ ਸੁਖ ਦਾਨੀ ਨਿਰਭਉ ਨਿਰੰਕਾਰ ਨਿਰਗੁਣ ਸਰਗੁਣ ਰੂਪ ਵਿਸਾਲ ਜਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਨਾਲ ਆਪਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਚਾਰ ਸਾਂਝੀ ਕਰਨੀ ਹੈ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਬਾਣੀ ਦੀ ਮਹਿਮਾ ਸਮਝਾਈ ਹੈ ਕਿ ਜਿਸ ਤਰ੍ਹਾਂ ਹੂਮਾ ਪੰਛੀ ਦੇ ਖੰਭ ਤੀਰਾਂ ਨਾਲ ਲਾ ਦਿੱਤੇ ਤੇ ਉਹ ਖੰਭ ਜਿਹੜੇ ਤੀਰਾਂ ਨੂੰ ਆਪਣੇ ਦੇਸ਼ 'ਚ ਲੈ ਗਏ, ਇਸੇ ਤਰ੍ਹਾਂ ਜਿਹੜਾ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ, ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹਦਾ ਹੈ, ਵਿਚਾਰਦਾ ਹੈ, ਇਹ ਬਾਣੀ ਉਸ ਨੂੰ ਆਪਣੇ ਦੇਸ਼ ਵਿੱਚ ਲੈ ਜਾਂਦੀ ਹੈ। ਇਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਰੱਬੀ ਬਾਣੀ ਫਿਰ ਰੱਬ ਦੇ ਦੇਸ਼ ਵਿੱਚ ਲੈ ਜਾਂਦੀ ਹੈ। ਬਾਣੀ ਆਪਣੇ ਸੰਗੀ ਨੂੰ ਅਮਰ ਦੇਸ਼ ਵਿੱਚ ਪਹੁੰਚਾ ਦਿੰਦੀ ਹੈ, ਜਿੱਥੇ ਮਨੁੱਖ ਵੱਡੇ ਆਨੰਦ ਵਿੱਚ ਸਮਾ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਖੰਭ ਹਨ ਤੇ ਸਿੱਖ ਹਨ ਤੀਰ। ਜਿਨ੍ਹਾਂ ਦੇ ਮਨਾਂ ਨਾਲ ਗੁਰੂ ਦੇ ਸ਼ਬਦ ਰੂਪੀ ਖੰਭ ਜੁੜ ਗਏ, ਉਹਨਾਂ ਦਾ ਜਨਮ ਮਰਨ ਕੱਟਿਆ ਗਿਆ। ਪ੍ਰੇਮ ਤੇ ਈਰਖਾ, ਖੁਸ਼ੀ ਗਮੀ ਜਿੱਥੇ ਲੇਸ਼ ਮਾਤਰ ਨਹੀਂ, ਇਹ ਸ਼ਬਦ ਰੂਪੀ ਜਿਹੜੇ ਖੰਭ ਹਨ ਉਹ ਸਿੱਖ ਰੂਪੀ ਤੀਰ ਨੂੰ ਉੱਥੇ ਲੈ ਜਾਂਦੇ ਨੇ। ਗੁਰੂ ਪੰਥੀ ਦਾ ਉੱਥੇ ਵਾਸਾ ਹੋ ਜਾਂਦਾ ਹੈ, ਜਿੱਥੇ ਇੱਕ ਰਸ ਆਨੰਦ ਸਦਾ ਪ੍ਰਗਟ ਹੁੰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਿਹੜਾ ਪ੍ਰਾਣੀ ਆਪਣੇ ਜੀਵਨ ਦੇ ਅੰਤ ਤੱਕ ਨਾਮ ਰਸ ਵਿੱਚ ਲੱਗਾ ਰਹਿੰਦਾ ਹੈ, ਪ੍ਰਾਣੀ ਰੂਪੀ ਬਾਣ ਨੂੰ ਨਾਮ ਰੂਪੀ ਖੰਭ ਪ੍ਰਭੂ ਦੇ ਨਾਲ ਮਿਲਾ ਦਿੰਦੇ ਹਨ। ਜਿੱਥੇ ਨਾਮੀ ਦਾ ਸੁਹਾਵਣਾ ਦੇਸ਼ ਹੈ, ਉਥੇ ਕਿਸੇ ਦੇਰੀ ਤੋਂ ਬਗੈਰ ਮਨੁੱਖ ਪਹੁੰਚ ਜਾਂਦਾ ਹੈ। ਗੁਰਬਾਣੀ ਪੜ੍ਹੋ, ਗੁਰਬਾਣੀ ਵਿਚਾਰੋ। ਇਹ ਗੁਰਬਾਣੀ ਜਗਤ ਦਾ ਉਧਾਰ ਕਰਨ ਵਾਲੀ ਹੈ। ਉੱਠਦੇ ਬੈਠਦੇ ਖੜੇ ਹੋਏ ਜਾਂ ਚੱਲਦੇ ਸਦਾ ਸ਼ਬਦ ਪੜ੍ਹੋ ਤੇ ਸੁਖ ਰਹਿਤ ਰਹੋ। ਫਿਰ ਤੁਹਾਡਾ ਦੁਬਾਰਾ ਜਗਤ ਦੇ ਵਿੱਚ ਫੇਰਾ ਨਹੀਂ ਪਵੇਗਾ। ਸਤਿਗੁਰੂ ਜੀ ਤੁਹਾਡਾ ਉਧਾਰ ਕਰ ਦੇਣਗੇ। ਉਸ ਤਰ੍ਹਾਂ ਹੀ ਸਤਿਨਾਮ ਦਾ ਸਿਮਰਨ ਕਰੋ। ਇੱਕ ਵੀ ਸਵਾਸ ਸਿਮਰਨ ਤੋਂ ਵਿਅਰਥ ਨਾ ਗਵਾਓ। ਕਹਿੰਦੇ ਐਸੇ ਨਾਮ ਜਪਣ ਵਾਲੇ ਵਿਅਕਤੀ ਦਾ ਜਦੋਂ ਅੰਤ ਸਮਾਂ ਆਉਂਦਾ ਹੈ ਤਾਂ ਨਾਮੀ ਦੀ ਸਹਾਇਤਾ ਕਰਨ ਵਾਲੇ ਸਤਿਗੁਰੂ ਜੀ ਝੱਟ ਪਹੁੰਚ ਜਾਂਦੇ ਨੇ। ਪਾਪ ਪੁੰਨ ਦੇ ਸਾਰੇ ਬੰਧਨ ਦੂਰ ਕਰ ਦਿੰਦੇ ਹਨ। ਸਤਿਗੁਰੂ ਸਦਾ ਆਪਣੇ ਸੇਵਕਾਂ ਦੀ, ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਨੇ ਤੇ ਉਹਨਾਂ ਨੂੰ ਆਪਣੇ ਪਾਸ ਰੱਖਦੇ ਨੇ। ਜਿਸ ਪਦਵੀ ਦਾ ਯੋਗੀ ਅਭਿਲਾਸ਼ਾ ਕਰਦੇ ਰਹਿੰਦੇ ਨੇ, ਅਨੇਕ ਯਤਨਾਂ ਦੇ ਨਾਲ ਯੋਗ ਦੀ ਸਾਧਨਾ ਕਰਦੇ ਨੇ ਤੇ ਰੋਗ ਰਹਿਤ ਸਰੀਰ ਰਹਿ ਕੇ ਸੰਪੂਰਨ ਹੋ ਜਾਵੇ, ਦਸਮ ਦਵਾਰ ਵਿੱਚ ਬਿਰਤੀ ਟਿਕਾਉਂਦੇ ਨੇ ਯੋਗੀ। ਯੋਗ ਦੇ ਵਿੱਚ ਜੁੜ ਕੇ ਉਸ ਦੇ ਰਸ ਨੂੰ ਪਾਉਂਦੇ ਨੇ ਬੜੀ ਮਿਹਨਤ ਕਰਕੇ। ਉਹ ਹੁਣ ਕਲਯੁਗ ਦੇ ਵਿੱਚ ਨਹੀਂ, ਇਸ ਲਈ ਨਾਮ ਦੇ ਰਸ ਵਿੱਚ ਜੁੜੋ। ਯੋਗ ਸਾਧਨਾ ਦੇ ਨਾਲ ਨਹੀਂ, ਪਰਮਾਤਮਾ ਦੇ ਨਾਮ ਦੇ ਨਾਲ ਜੁੜੋ। ਬਾਹਰਲੀ ਸਾਰੀ ਜਿਹੜੀ ਰਹਿਤ ਹੈ ਸਰੀਰ ਦੀ, ਉਹ ਐਸੀ ਧਾਰਨ ਕਰੇ ਜਿਵੇਂ ਗੁਰੂ ਜੀ ਨੇ ਕਿਹਾ ਹੈ, ਪੰਜ ਕਕਾਰਾਂ ਦੀ ਰਹਿਤ ਰੱਖੇ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਜਿਹੜਾ ਰਹਿਤ ਮਰਿਆਦਾ ਵਿੱਚ ਰਵੇ ਉਹ ਮੇਰਾ ਮਾਲਕ ਤੇ ਮੈਂ ਉਹਦਾ ਸੇਵਕ ਹਾਂ।
ਐਨੀ ਗੁਰੂ ਸਾਹਿਬ ਜੀ ਨੇ ਉਚਤਾ ਦੇ ਦਿੱਤੀ, ਜਿਹੜਾ ਰਹਿਤ ਮਰਿਆਦਾ ਵਿੱਚ ਰਹਿੰਦਾ ਹੈ, ਅੰਦਰਲੀ ਬਿਰਤੀ ਰੱਖ ਕੇ ਨਾਮ ਦੇ ਵਿੱਚ ਲਾਵੇ, ਅੰਦਰਲੀ ਰਹਿਤ ਵੀ ਰੱਖੇ, ਉਹ ਨਾਮ ਸਿਮਰਨ ਵਾਲੀ ਗੁਰੂ ਜੀ ਦੀ ਮੂਰਤ ਨੂੰ ਹਿਰਦੇ ਵਿੱਚ ਵਸਾਵੇ। ਗੁਰ ਕੀ ਮੂਰਤ ਮਨ ਮੈਂ ਧਿਆਨ, ਭਾਵ ਗੁਰੂ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਵੇ। ਪਾਰ ਬ੍ਰਹਮ ਪੂਰਨ ਕਰਤਾ ਪੁਰਖ, ਪਰਮੇਸ਼ਰ ਜਗਦੀਸ਼ ਉੱਤਮ ਹੈ, ਉਹ ਅਕਾਲ ਪੁਰਖ, ਉਹ ਦੀਨਾ ਬੰਧੂ ਹੈ ਤੇ ਸਿੱਖਾਂ ਦਾ ਪਿਆਰਾ ਹੈ। ਜਿੱਥੇ ਕਿੱਥੇ ਉਹ ਪਰਮਾਤਮਾ ਵਿਆਪਕ ਦਿਸਦਾ ਹੈ। ਅਚੁੱਤ ਮਹਾਂਪੁਰਖ ਗੁਣ ਖਾਨੀ, ਉਹ ਮਹਾਂਪੁਰਖ ਗੁਣਾਂ ਦੀ ਖਾਨ, ਸਦਾ ਹੀ ਪਵਿੱਤਰ ਤੇ ਅਟਲ, ਪਰਮ ਕਿਰਪਾਲ ਪਰਮ ਸੁਖਦਾਨੀ, ਉਹ ਪਰਮ ਕਿਰਪਾਲੂ ਹੈ ਤੇ ਪਰਮ ਸੁਖ ਦੇਣ ਵਾਲਾ ਹੈ। ਉਹ ਨਿਰਭਉ ਹੈ, ਆਕਾਰ ਰਹਿਤ ਹੈ, ਸਮੇਂ ਤੋਂ ਰਹਿਤ ਹੈ, ਨਿਰਗੁਣ ਸਰਗੁਣ ਉਹਦਾ ਵਿਸ਼ਾਲ ਰੂਪ ਹੈ। ਇੱਥੋਂ ਤੱਕ ਆਪ ਜੀ ਨੇ ਇਹ ਪ੍ਰਸੰਗ ਸਰਵਣ ਕੀਤਾ ਸੀ। ਹੁਣ ਅੱਗੇ ਕਵੀ ਜੀ ਜਿਸ ਤਰ੍ਹਾਂ ਪ੍ਰਸੰਗ ਬਿਆਨ ਕਰਦੇ ਨੇ, ਕੁਝ ਕੁ ਪ੍ਰਸੰਗ ਬਿਆਨ ਕਰਕੇ ਫਿਰ ਆਪਾਂ ਨਾਲ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਜੋ ਵਿਚਾਰ ਸਾਂਝੀ ਕਰਨੀ, ਆਪ ਜੀ ਨੇ ਇਕਾਗਰਤਾ ਬਖਸ਼ਣੀ। ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਪ੍ਰਭ ਸੰਭੂ ਨਿਰਭਉ ਸਭ ਸੁਆਮੀ, ਮਧੂਸੂਦਨ ਤੇ ਅੰਤਰ ਜਾਮੀ। ਉਹ ਪਰਮਾਤਮਾ ਜੋ ਹੈ ਪ੍ਰਕਾਸ਼ ਸਰੂਪ ਹੈ ਤੇ ਉਹਨੂੰ ਕਿਸੇ ਦਾ ਭੈ ਨਹੀਂ ਹੈ, ਉਹ ਨਿਰਭਉ ਹੈ, ਉਹ ਦੂਜਿਆਂ ਦਾ ਡਰ ਦੂਰ ਕਰਨ ਵਾਲਾ ਹੈ। ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਭੈ ਹੁੰਦਾ ਹੈ। ਉਸ ਦਿਨ ਵੀ ਮੈਂ ਕਿਹਾ ਸੀ, ਕੋਈ ਭੈ ਨਾ ਹੋਵੇ, ਮਨੁੱਖ ਅਮੀਰ ਹੋਵੇ, ਕੋਈ ਭੈ ਨਾ ਹੋਵੇ, ਤੇ ਇਨਕਮ ਟੈਕਸ ਵਾਲਿਆਂ ਦੇ ਭੈ ਸਤਾਉਂਦਾ ਰਹਿੰਦੇ, ਜਾਂ ਇਸ ਤਰ੍ਹਾਂ ਕਿ ਕੋਈ ਮੇਰੇ ਪੈਸੇ ਜਿਹੜੇ ਨੇ ਉਹ ਕਿਸੇ ਤਰੀਕੇ ਦੇ ਨਾਲ ਮੇਰੇ ਤੋਂ ਖੋਹ ਨਾ ਲਵੇ। ਅੱਜ ਕੱਲ੍ਹ ਤੇ ਇੰਟਰਨੈਟ ਦੇ ਉੱਤੇ ਚੋਰ ਬੈਠੇ ਹੋਏ ਨੇ, ਡਾਕੂ ਬੈਠੇ ਹੋਏ ਨੇ, ਪਤਾ ਹੀ ਨਹੀਂ ਲੱਗਦਾ ਤੁਹਾਨੂੰ ਕਦੋਂ ਖਾਤਾ ਖਾਲੀ ਕਰ ਦਿੰਦੇ। ਇਸ ਤਰ੍ਹਾਂ ਮਨੁੱਖ ਨੂੰ ਡਰ ਬਣਿਆ ਰਹਿੰਦਾ ਹੈ, ਕੋਈ ਨਾ ਕੋਈ ਡਰ ਬਣਿਆ ਰਹਿੰਦਾ ਹੈ। ਕੋਈ ਪਰਿਵਾਰ ਵੱਲੋਂ ਸੁਖੀ ਹੈ ਤੇ ਉਹਨੂੰ ਹੋਰ ਕਿਸੇ ਪ੍ਰਕਾਰ ਦਾ ਕੋਈ ਡਰ ਹੈ, ਕੋਈ ਪੜੋਸੀ ਦੇ ਨਾਲ ਵੈਰ ਕਿਸੇ ਦਾ, ਉਹਦਾ ਡਰ ਹੈ, ਕਿਸੇ ਨੂੰ ਆਪਣੇ ਸਰੀਰਕ ਰੋਗ ਦੀ ਚਿੰਤਾ ਹੈ। ਇਸ ਤਰ੍ਹਾਂ ਪਰ ਰੱਬ ਜਿਹੜਾ ਹੈ ਉਹ ਨਿਰਭਉ ਹੈ, ਉਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਤੇ ਸਾਰਿਆਂ ਦਾ ਮਾਲਕ ਹੈ। ਉਹ ਪਰਮਾਤਮਾ ਅੰਤਰਜਾਮੀ ਹੈ ਜੀ। ਜਗ ਜੀਵਨ ਜਗ ਰਤਨ ਪਿਤਾਤਾ, ਨਾਰਾਇਣ ਨਰਪਤ ਜਗਦਾਤਾ। ਉਹ ਪਰਮਾਤਮਾ ਜਿਹੜਾ ਹੈ ਜਗਤ ਦਾ ਜੀਵਨ ਹੈ। ਜਿੰਨੇ ਵੀ ਜੀਵ ਨੇ ਸੰਸਾਰ ਵਿੱਚ, ਸਾਰਿਆਂ ਨੂੰ ਉਹ ਜੀਵਨ ਦੇਣ ਵਾਲਾ ਹੈ। ਉਹ ਜਗਤ ਦੀ ਰਚਨਾ ਦਾ ਵਿਧਾਤਾ ਹੈ। ਫਿਰ ਆਖਿਆ ਉਹ ਜਿਹੜਾ ਪਰਮਾਤਮਾ ਹੈ ਸਾਰੇ ਮਨੁੱਖਾਂ ਦੇ ਵਿੱਚ ਨਿਵਾਸ ਕਰਦਾ ਹੈ ਜੀ। ਦੁਸ਼ਟਨ ਗੰਜਨ ਜਨ ਮਨ ਰੰਜਨ, ਕਰਤਾਰ ਪੁਰਖ ਆਨੰਦ ਅਪੰਜਨ। ਤੇ ਸਾਰਿਆਂ ਦਾ ਮਾਲਕ, ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ। ਫਿਰ ਦੁਸ਼ਟਨ ਗੰਜਨ, ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਗੰਜ ਤੋਂ ਭਾਵ ਨਾਸ਼ ਕਰਨਾ। ਇਸੇ ਵਾਸਤੇ ਜਾਪ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਨੂੰ ਅਗੰਜ ਕਿਹਾ ਹੈ। ਜਦੋਂ ਕਿਸੇ ਸ਼ਬਦ ਦੇ ਅੱਗੇ ਐੜਾ ਸ਼ਬਦ ਲਾ ਦਈਏ ਉਹਦਾ ਅਰਥ ਵਿਪਰੀਤ ਹੋ ਜਾਂਦਾ ਹੈ, ਉਲਟ ਹੋ ਜਾਂਦਾ ਹੈ। ਗੰਜ ਤੋਂ ਭਾਵ ਹੈ ਨਾਸ, ਤੇ ਐੜਾ ਅੱਗੇ ਲੱਗ ਗਿਆ ਅਗੰਜ ਹੈ, ਅਭੰਜ ਹੈ। ਪਰਮਾਤਮਾ ਜਿਹੜਾ ਹੈ ਉਹ ਅਬਨਾਸੀ ਹੈ, ਉਹ ਨਾਸ ਰਹਿਤ ਹੈ, ਪਰ ਉਹ ਦੁਸ਼ਟਾਂ ਦੇ ਨਾਸ਼ ਕਰਨ ਵਾਲਾ ਹੈ। ਜਨ ਮਨ ਰੰਜਨ, ਆਪਣੇ ਸੇਵਕਾਂ ਦੇ ਮਨਾਂ ਨੂੰ ਤ੍ਰਿਪਤ ਕਰਨ ਵਾਲਾ ਹੈ। ਤੇ ਕਰਤਾ ਪੁਰਖ ਅਨੰਤ ਅਭੰਜਨ,
ਅਨੰਤ ਤੋਂ ਭਾਵ ਜਿਹੜਾ ਕੋਈ ਅੰਤ ਨਾ ਹੋਵੇ ਉਹਨੂੰ ਆਪਾਂ ਬੇਅੰਤ ਵੀ ਕਹਿ ਦਿੰਦੇ। ਉਹ ਪਰਮਾਤਮਾ ਬੇਅੰਤ ਹੈ ਤੇ ਭੰਜਨ ਰਹਿਤ ਹੈ ਜੀ। ਸਤ ਰੂਪ ਜੋਤ ਨਿਕੀ ਜੋਤ, ਜੇ ਸੱਤਾ ਤੇ ਜਗਤ ਅਦੋਤ। ਉਹ ਪ੍ਰਭੂ ਜੀ, ਉਹ ਅਕਾਲ ਪੁਰਖ ਜੀ ਸਤ ਸਰੂਪ ਹਨ ਤੇ ਜੋਤਾਂ ਦੀ ਜੋਤ ਹਨ, ਜਿਹਦੀ ਸ਼ਕਤੀ ਕਰਕੇ ਜਗਤ ਪ੍ਰਗਟ ਹੋਇਆ ਹੈ ਜੀ। ਪਰਮਾਤਮਾ ਨਰ ਹਰਿ ਅਬਨਾਸੀ, ਰੂਪ ਨਰੰਗ ਨ ਕਟ ਕਟ ਵਾਸੀ। ਉਹ ਪਰਮ ਆਤਮਾ ਹੈ ਤੇ ਮਨੁੱਖਾਂ ਨੂੰ ਮਾਰਨ ਵਾਲੇ ਰੱਬ ਜੀ ਆਪ ਨਾਸ ਰਹਿਤ ਹਨ। ਤੇ ਉਹ ਜੋ ਰੱਬ ਹੈ ਉਹਦਾ ਕੋਈ ਖਾਸ ਰੂਪ ਰੰਗ ਨਹੀਂ ਹੈ। ਉਸ ਰੱਬ ਦਾ ਕੋਈ ਖਾਸ ਰੂਪ ਰੰਗ ਚੱਕਰ ਚੈਨ ਨਹੀਂ ਹੈ। ਉਹ ਪਰਮਾਤਮਾ ਸਾਰੇ ਰੰਗਾਂ ਵਿੱਚ ਹੀ ਹੈ, ਪਰ ਉਹਦਾ ਕੋਈ ਖਾਸ ਰੰਗ ਰੂਪ ਨਹੀਂ ਹੈ। ਤੇ ਘਟ ਘਟ ਵਾਸੀ ਉਹ ਰੱਬ ਜੀ, ਉਹ ਪ੍ਰਭੂ ਜੀ, ਉਹ ਭਗਵਾਨ ਜੀ ਹਰ ਇੱਕ ਦੇ ਦਿਲ ਵਿੱਚ ਵਸਦੇ ਹਨ ਜੀ। ਪਰਸੋਤਮ ਪਾਵਨ ਦੁਖ ਹਾਰੀ, ਮਹਿਲ ਮਨੋਹਰ ਆਨੰਦਕਾਰੀ। ਉਹ ਉੱਤਮ ਪੁਰਖ ਹਨ। ਪੁਰਸ਼ੋਤਮ, ਇਹ ਦੋ ਸ਼ਬਦ ਮਿਲ ਕੇ, ਪੁਰਸ਼ ਤੇ ਉੱਤਮ ਇਹ ਦੋ ਸ਼ਬਦ ਮਿਲ ਕੇ ਪੁਰਸ਼ੋਤਮ ਸ਼ਬਦ ਬਣਿਆ ਹੈ। ਉਹ ਜੋ ਰੱਬ ਜੀ ਹੈ ਉੱਤਮ ਪੁਰਖ ਹਨ। ਪੁਰਖ ਭਾਵ ਸਾਰਿਆਂ ਵਿੱਚ ਵਸਣ ਵਾਲੇ, ਪਵਿੱਤਰ ਹਨ। ਪਾਵਨ ਕਹਿੰਦੇ ਨੇ ਪਵਿੱਤਰ ਨੂੰ। ਦੁੱਖ ਹਾਰੀ ਤੇ ਦੁੱਖ ਨੂੰ ਦੂਰ ਕਰਨ ਵਾਲੇ ਹਨ। ਉਹ ਰੱਬ ਜੀ ਮਨੋਹਰ ਹਨ ਤੇ ਆਨੰਦ ਦੇਣ ਵਾਲੇ ਹਨ ਜੀ। ਪਰਮਾਵਤ ਮਾਧਵ ਗੋਬਿੰਦ, ਵਾਹਿਗੁਰੂ ਸਤਿਗੁਰੂ ਮੁਕੰਦ। ਪਦਮਾ ਪਤ ਤੋਂ ਭਾਵ ਹੈ ਪਦਮਾਪਤੀ। ਉਹ ਮਾਇਆਪਤੀ ਅਕਾਲ ਪੁਰਖ ਹਨ। ਉਹ ਮਾਧਵ ਮਾਇਆਪਤੀ ਅਕਾਲ ਪੁਰਖ ਤੇ ਜੀਵਾਂ ਦੀ ਰੱਖਿਆ ਕਰਨ ਵਾਲੇ ਹਨ। ਉਹ ਵਾਹਿਗੁਰੂ ਸਤਿਗੁਰੂ ਮੁਕਤੀ ਦਾਤੇ ਹਨ ਜੀ। ਖਲ ਦਲ ਹਰਤਾ ਗਰਭ ਪਰਹਾਰੀ, ਰਾਮ ਕ੍ਰਿਸ਼ਨ ਗੋਬਿੰਦ ਮੁਰਾਰੀ। ਉਹ ਰੱਬ ਜੀ ਮੂਰਖਾਂ ਦੇ ਦਲ ਨੂੰ ਦੂਰ ਕਰਨ ਵਾਲੇ ਹਨ, ਅਹੰਕਾਰ ਦਾ ਨਾਸ਼ ਕਰਨ ਵਾਲੇ ਹਨ। ਕਹਿੰਦੇ ਸਾਡੇ ਵਾਸਤੇ ਰੱਬ ਹੀ ਆਰਾਮ ਹੈ, ਰੱਬ ਹੀ ਕ੍ਰਿਸ਼ਨ ਹੈ, ਰੱਬ ਹੀ ਗੋਬਿੰਦ ਹੈ, ਰੱਬ ਹੀ ਮੁਰਾਰੀ ਹੈ। ਭਾਵ ਮੈਂ ਇੱਕ ਰੱਬ ਦੇ ਨਾਲ ਹੀ ਸੁਰਤ ਜੋੜਦਾ ਹਾਂ, ਹੋਰ ਕਿਸੇ ਨੂੰ ਨਹੀਂ ਮੰਨਦਾ। ਕਿਸ਼ਨ ਬਿਸ਼ਨ ਕਮਹੂ ਨ ਧਿਆਉ ਵਾਲੀ ਅਵਸਥਾ। ਕਾਨ ਸੁਨੇ ਪਹਿਚਾਨ ਨਾ ਤਿਨਸੋਂ, ਲਿਵ ਲਾਗੀ ਮੋਰੀ ਪਾਗਿਨਸੋਂ। ਮੈਂ ਹਰ ਥਾਂ ਰੱਬ ਨੂੰ ਹੀ ਵੇਖਦਾ ਹਾਂ, ਹਰ ਥਾਂ ਰੱਬ ਹੀ ਰੱਬ ਹੈ, ਉਹਦੇ ਤੋਂ ਬਿਨਾ ਹੋਰ ਕੋਈ ਨਹੀਂ ਹੈ। ਤੇ ਜਦੋਂ ਰੱਬ ਦੀ ਸਿਫਤ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਨੇ, ਤੇ ਫਿਰ ਤੂੰ ਹੀ ਤੂੰ ਕਰਦੇ ਹੋਏ ਬਹੁਤ ਲੰਬਾ ਸਮਾਂ ਇਸੇ ਹੀ ਸ਼ਬਦ ਦੇ ਉੱਤੇ ਸੁਰਤ ਟਿਕਾਈ ਰੱਖੀ ਕਿ ਰੱਬ ਜੀ ਤੂੰ ਹਰ ਇੱਕ ਥਾਂ ਦੇ ਉੱਤੇ ਹੈ। ਸੋ ਰੱਬ ਦੀ ਸਿਫਤ ਸਲਾਹ ਵਾਲੀ ਜੋ ਬਾਣੀ ਹੈ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨ ਵਾਲੇ ਔਰ ਅੰਮ੍ਰਿਤ ਸਰੋਵਰ ਵਿੱਚ ਹਰਿਮੰਦਰ ਸਾਹਿਬ ਦੀ ਰਚਨਾ ਕਰਨ ਵਾਲੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਜਿਨ੍ਹਾਂ ਦਾ ਕੱਲ ਪ੍ਰਕਾਸ਼ ਗੁਰਪੁਰਬ ਸੀ, ਹਫ਼ਤਾਵਾਰੀ ਦੀਵਾਨ ਹੋਣ ਕਰਕੇ ਆਪਾਂ ਅੱਜ ਗੁਰੂ ਸਾਹਿਬ ਜੀ ਦੀ ਉਸਤਤ ਕਰਨੀ ਹੈ, ਮਹਿਮਾ ਕਰਨੀ ਹੈ ਗੁਰੂ ਜੀ ਦੀ।
ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। ਵੱਡੇ ਪ੍ਰਿਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ ਜੀ ਤੇ ਸਭ ਤੋਂ ਛੋਟੇ ਸਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਵਿਸਾਖ ਵਦੀ 7 ਤੇ ਸੰਮਤ 1620 15 ਅਪ੍ਰੈਲ 1563 ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਦੀ ਧਰਤੀ ਤੇ ਪ੍ਰਕਾਸ਼ਮਾਨ ਹੋਏ। ਪਿਤਾ ਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਹੋਏ ਔਰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀ ਦੀ ਸੋਹਣੇ ਢੰਗ ਦੇ ਨਾਲ ਪਾਲਣਾ ਹੋਈ ਹੈ। ਕਿਉਂਕਿ ਗੁਰੂ ਦਰਬਾਰ ਦੇ ਵਿੱਚ ਸੰਗਤਾਂ ਆਉਂਦੀਆਂ, ਜਿੱਥੇ ਮਾਤਾ ਪਿਤਾ ਲਾਡ ਲਗਾਉਂਦੇ, ਉੱਥੇ ਸੰਗਤਾਂ ਵੀ ਬੜਾ ਪਿਆਰ ਕਰਦੀਆਂ। ਗੁਰੂ ਸਾਹਿਬ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਆਪਣਾ ਬਚਪਨ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੇਖ ਰੇਖ ਹੇਠ ਬਤੀਤ ਕੀਤਾ ਹੈ। ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਆਪ ਜੀ ਨੂੰ ਲਾਡ ਲਗਾਉਂਦੇ ਸਨ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਜੀ ਆਪ ਜੀ ਦੇ ਰਿਸ਼ਤੇ ਵਿੱਚ ਨਾਨਾ ਜੀ ਲੱਗਦੇ ਸਨ। ਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਇੱਕ ਵਾਰੀ ਗੁਰੂ ਸਾਹਿਬ ਜੀ ਬੈਠੇ ਹੋਏ ਨੇ ਤੇ ਆਪ ਜੀ ਰਿੜਦੇ ਆ ਗਏ ਤੇ ਮੰਜੀ ਨੂੰ ਪਕੜ ਕੇ ਜਦੋਂ ਖੜੇ ਹੋਣ ਲੱਗੇ ਨੇ ਤੇ ਮੰਜੀ ਹਿੱਲ ਗਈ ਹੈ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਐਸਾ ਕੌਣ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ। ਤੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਮਾਤਾ ਜੀ ਆ ਰਹੇ ਸਨ, ਮਾਤਾ ਭਾਨੀ ਜੀ, ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੁਪੁੱਤਰੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਿਲ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਾਤਾ ਜੀ। ਉਹ ਕਹਿਣ ਲੱਗੇ ਗੁਰੂ ਪਿਤਾ ਜੀ ਨੂੰ, ਕਹਿਣ ਲੱਗੇ ਪਿਤਾ ਜੀ ਇਹ ਦੋਹਿਤਾ ਹੈ। ਤੇ ਗੁਰੂ ਸਾਹਿਬ ਕਹਿਣ ਲੱਗੇ ਇਹ ਦੋਹਿਤਾ ਬਾਣੀ का बोयथा, ਇਹ ਬਾਣੀ का बोयथा है। बोयथ ਕਹਿੰਦੇ ਜਹਾਜ਼ ਨੂੰ। ਕਹਿਣ ਤੋਂ ਭਾਵ ਵੀ ਬਹੁਤ ਜ਼ਿਆਦਾ ਬਾਣੀ ਰਚੇਗਾ, ਪਹਿਲਾਂ ਹੀ ਵਾਕ ਕਰ ਦਿੱਤੇ। ਗੁਰੂ ਅਮਰਦਾਸ ਮਹਾਰਾਜ ਜੀ 7 ਪ੍ਰਕਾਰ ਦਾ ਅਨਾਜ ਮਿਲਾ ਕੇ ਉਹਨੂੰ ਉਬਾਲਿਆ ਜਾਏ ਨਾ ਤੇ ਉਸ ਨੂੰ ਕਹਿ ਦਿੰਦੇ ਨੇ ਓਗਰਾ। ਗੁਰੂ ਸਾਹਿਬ ਜੀ ਓਗਰਾ ਛਕਿਆ ਕਰਦੇ ਸਨ। ਇੱਕ ਵਾਰੀ ਛਕ ਰਹੇ ਸਨ ਲੰਗਰ ਹਾਲ ਵਿੱਚ ਬੈਠ ਕੇ ਤੇ ਰਿੜਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆ ਗਏ ਤੇ ਥਾਲ ਨੂੰ ਹੱਥ ਪਾ ਲਿਆ। ਤੇ ਉਸ ਵੇਲੇ ਸੇਵਕ ਨੇ ਆਪ ਜੀ ਨੂੰ ਪਕੜ ਕੇ ਦੂਰ ਜਾ ਕੇ ਬਿਠਾ ਦਿੱਤਾ। ਫਿਰ ਜਦੋਂ ਕੋਲ ਆਏ ਤੇ ਫਿਰ ਆ ਕੇ ਥਾਲ ਨੂੰ ਹੱਥ ਪਾਇਆ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ, ਕਹਿਣ ਲੱਗੇ, ਹੈ ਰੋਏ ਵੱਡੇ ਥਾਲ ਦੇ ਮਾਲਕਾ, ਇਹ ਛੋਟੇ ਛੋਟੇ ਥਾਲ ਨੂੰ ਹੱਥ ਪਾ ਰਹੇ, ਇੱਕ ਦਿਨ ਤੂੰ ਬਹੁਤ ਵੱਡਾ ਥਾਲ ਰੱਜ ਕੇ ਜਾਏਗਾ। ਤੇ ਉਹ ਥਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਹਦੇ ਵਿੱਚ ਗੁਰੂ ਸਾਹਿਬਾਨਾਂ ਦੀ, ਸਿੱਖਾਂ ਦੀ, ਗੁਰੂ ਕੇ ਸੇਵਕ ਭੱਟ ਸਾਹਿਬਾਨ ਤੇ ਭਗਤ ਜਨਾਂ ਦੀ ਬਾਣੀ ਮੌਜੂਦ ਹੈ। ਔਰ ਕਹਿ ਦਿੱਤਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधार।
ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੂ। ਇਹ ਬਾਣੀ ਉਧਾਰ ਕਰਨ ਵਾਲੀ ਹੈ। ਇਹ ਬਾਣੀ ਜਿਹੜੀ ਹੈ, ਜਿਹੜਾ ਵੀ ਬਾਣੀ ਦੇ ਨਾਲ ਜੁੜਦਾ ਹੈ, ਇਹ ਬਾਣੀ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੀ ਹੈ। ਗੁਰੂ ਸਾਹਿਬ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਜਿਹੜੀ ਗੁਰਮੁਖੀ ਵਿਦਿਆ ਆਪਣੇ ਨਾਨਾ ਗੁਰੂ ਜੀ ਤੋਂ ਹੀ ਪ੍ਰਾਪਤ ਕਰ ਲਈ ਸੀ। ਫਿਰ ਜੋ ਗਣਿਤ ਹੈ ਉਹ ਬਾਬਾ ਮੋਹਰੀ ਜੀ ਤੋਂ ਆਪ ਜੀ ਨੂੰ ਇਹ ਵਿਦਿਆ ਦੀ ਪ੍ਰਾਪਤੀ ਹੋਈ। ਆਪ ਜੀ ਦੇ ਸਹਿਜ ਪਾਠੀ ਸਨ ਭਾਈ ਗੁਰਦਾਸ ਜੀ ਤੇ ਸਾਵਣ ਮੱਲ ਜੀ। ਸਹਿਜ ਪਾਠ ਜਦੋਂ ਸੰਧਿਆ ਲਈ ਤੇ ਭਾਈ ਗੁਰਦਾਸ ਜੀ ਤੇ ਸਾਵਣ ਮੱਲ ਜੀ, ਉਹਨਾਂ ਨੇ ਇਹ ਸੇਵਾ ਨਿਭਾਈ ਹੈ। ਇਸ ਤਰ੍ਹਾਂ ਘੋੜ ਸਵਾਰੀ ਵਿੱਚ ਆਪ ਜੀ ਬੜੇ ਨਿਪੁੰਨ ਸਨ ਔਰ ਨੇਜਾਬਾਜੀ ਆਪ ਜੀ ਦੇ ਨਾਲ ਦੀ ਕੋਈ ਨਹੀਂ ਸੀ ਕਰ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਪਿੰਡ ਦੇ ਮਦਰਸੇ ਤੋਂ ਹੀ ਫਾਰਸੀ ਵਿਦਿਆ ਸਿੱਖੀ, ਸੰਸਕ੍ਰਿਤ ਭਾਈ ਸਤਬੀਰ ਸਿੰਘ ਜੀ ਕਹਿੰਦੇ ਕਿ ਪੰਡਤ ਬੇਣੀ ਜੀ ਤੋਂ ਸਿੱਖੀ। ਗੁਰੂ ਸਾਹਿਬ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1620 ਸੰਮਤ ਨੂੰ ਆਪ ਜੀ ਦਾ ਪ੍ਰਕਾਸ਼ ਹੋਇਆ ਤੇ 1636 ਸੰਮਤ ਨੂੰ, ਭਾਵ ਜਦੋਂ ਆਪ ਜੀ ਦੀ ਉਮਰ ਲਗਭਗ 16 ਕੁ ਸਾਲ ਦੀ ਸੀ, ਪਿੰਡ ਮਊ ਤਹਿਸੀਲ ਫਲੌਰ ਦੇ ਵਸਨੀਕ ਕ੍ਰਿਸ਼ਨ ਚੰਦ ਜੀ ਦੀ ਸੁਪੁੱਤਰੀ ਮਾਤਾ ਗੰਗਾ ਜੀ ਦੇ ਨਾਲ ਆਪ ਜੀ ਦਾ ਵਿਆਹ ਆਨੰਦ ਕਾਰਜ ਹੋਇਆ ਔਰ ਉਸ ਵੇਲੇ ਉਹਨਾਂ ਦਾ ਪੇਕੇ ਦਾ ਨਾਂ ਗੰਗਾ ਦੇਵੀ ਸੀ। ਅਸੀਂ ਸਤਿਕਾਰ ਦੇ ਨਾਲ ਮਾਤਾ ਗੰਗਾ ਜੀ ਆਖਦੇ ਹਾਂ। ਔਰ ਤੁਸੀਂ ਅੰਦਾਜ਼ਾ ਲਾਓ ਵੀ 1636 ਦੇ ਵਿੱਚ ਆਨੰਦ ਕਾਰਜ ਹੋ ਗਿਆ ਹੈ ਤੇ 1652 ਸੰਮਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਤਕਰੀਬਨ ਇਹ ਵੀ 16 ਸਾਲ ਹੀ ਬਣ ਜਾਂਦੇ ਨੇ। 16 ਸਾਲਾਂ ਤੋਂ ਮੈਂ ਪੜ੍ਹ ਰਿਹਾ ਸੀ, 2 ਦਿਨ ਘੱਟ ਹੈ ਵਿਆਹ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੱਕ 16 ਸਾਲ ਤਕਰੀਬਨ। ਅੱਜ ਕੱਲ ਪਤਾ ਕੀ ਹੁੰਦਾ ਹੈ ਕਿ ਥੋੜਾ ਕੁ ਸਮਾਂ ਕਿਸੇ ਦੇ ਘਰ ਬਾਲ ਨਾ ਹੋਵੇ, ਕੋਈ ਧੀ ਪੁੱਤਰ ਨਾ ਹੋਵੇ ਤੇ ਲੋਕੀ ਗੱਲਾਂ ਕਰਨ ਲੱਗ ਜਾਂਦੇ, ਤਾਨੇ ਮਿਹਣੇ ਦੇਣ ਲੱਗ ਜਾਂਦੇ। ਉਸ ਵੇਲੇ ਵੀ ਦਿੱਤੇ ਸਨ, ਆਪਾਂ ਅੱਗੇ ਵਿਚਾਰ ਕਰਾਂਗੇ। ਗੁਰੂ ਸਾਹਿਬ ਜੀ ਹੁਣ ਵਿਆਹਣ ਜਾ ਰਹੇ ਨੇ ਤੇ ਬਰਾਤ ਲੈ ਕੇ ਜਾ ਰਹੇ ਨੇ ਤੇ ਰਸਤੇ ਵਿੱਚ ਨਕੋਦਰ ਦਾ ਇਲਾਕਾ ਆਇਆ। ਉੱਥੇ ਗੁਰੂ ਸਾਹਿਬ ਜੀ ਰੁਕੇ ਤੇ ਸੰਗਤਾਂ ਆ ਕੇ ਦਰਸ਼ਨ ਕਰਨ ਲੱਗੀਆਂ ਨੇ। ਇੱਥੇ ਇੱਕ ਗੁਰੂ ਦਾ ਸੇਵਕ ਰਹਿੰਦਾ ਸੀ ਜਿਹਦਾ ਨਾਂ ਸੀ ਭਾਈ ਮੱਲ, ਤੇ ਅੱਜ ਵੀ ਗੁਰਦੁਆਰਾ ਸਭਾਏ ਮਾਨ ਹੈ। ਉਸ ਸੇਵਕ ਦੇ ਨਾਂ ਤੇ ਗੁਰਦੁਆਰਾ ਮਾਲੜੀ ਸਾਹਿਬ ਨਾਂ ਰੱਖਿਆ ਹੋਇਆ ਹੈ। ਕਈ ਚੀਜ਼ਾਂ ਸਾਨੂੰ ਕਿਤਾਬਾਂ ਦੇ ਵਿੱਚੋਂ ਨਹੀਂ ਮਿਲਦੀਆਂ ਤੇ ਸੀਨਾ ਮਸੀਨਾ ਇਤਿਹਾਸ ਚੱਲਦਾ ਹੁੰਦਾ ਹੈ। ਇਹ ਜੋ ਭਾਈ ਮੱਲ ਹੈ, ਇਹ ਤੁਰ ਨਹੀਂ ਸਕਦਾ, ਇਹ ਖੜਾ ਨਹੀਂ ਹੋ ਸਕਦਾ। ਇਹ ਵੀ ਆਇਆ ਕਿਸੇ ਦੀ ਸਹਾਇਤਾ ਲੈ ਕੇ ਔਰ ਜੋੜੇ ਬਣਾਉਂਦਾ ਸੀਗਾ। ਇਹਨੇ ਗੁਰੂ ਸਾਹਿਬ ਜੀ ਵਾਸਤੇ ਇੱਕ ਜੋੜਾ ਬਣਾਇਆ। ਆਖਿਆ ਮੈਂ ਗੁਰੂ ਨੂੰ ਭੇਟਾ ਕਰਨਾ ਹੈ, ਪਰ ਜਦੋਂ ਆ ਕੇ ਦੇਖਿਆ ਵੀ ਸੰਗਤਾਂ ਦੇ ਬੜੀਆਂ ਕੀਮਤੀ ਭੇਟਾਵਾਂ ਅਰਪਣ ਕਰ ਲਈਆਂ, ਇਹਨੇ ਜਿਸ ਝੋਲੇ ਦੇ ਵਿੱਚ ਜੋੜਾ ਪਾਇਆ ਹੋਇਆ ਸੀ ਨਾ, ਉਹਨੂੰ ਚੰਗੀ ਤਰ੍ਹਾਂ ਉਤੋਂ ਘੁੱਟ ਕੇ ਫੜ ਲਿਆ ਕਿ ਦਿਖਾਈ ਨਾ ਦਵੇ। ਸੋਚਦਾ ਭਾਈ ਮੱਲ, ਤੇਰੀ ਭੇਟਾ ਤੇ ਇਹਨਾਂ ਭੇਟਾਵਾਂ ਦੇ ਅੱਗੇ ਤੁਛ ਹੈ। ਜਦੋਂ ਸਾਰਿਆਂ ਨੇ ਮੱਥਾ ਟੇਕ ਲਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਭਾਈ ਮੱਲ ਦੇ ਕੋਲ ਗਏ
ਆਖਿਆ ਭਾਈ ਮੱਲ ਤੂੰ ਆਪਣੀ ਭੇਟਾ ਕਿਉਂ ਨਹੀਂ ਅਰਪਣ ਕਰਦਾ। ਫਿਰ ਭਾਈ ਮੱਲ ਨੇ ਉਹ ਜਿਹੜਾ ਜੋੜਾ ਸੀ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਹਿਨਾਇਆ ਗੁਰੂ ਸਾਹਿਬ ਦੇ ਚਰਨਾਂ ਵਿੱਚ। ਉਹ ਜੋੜਾ ਪਹਿਨ ਕੇ ਹੀ ਗੁਰੂ ਸਾਹਿਬ ਜੀ ਅੱਗੇ ਫਿਰ ਵਿਆਹਣ ਗਏ ਸਨ। ਗੁਰੂ ਸਾਹਿਬ ਨੇ ਆਖਿਆ ਆ ਜਿਹੜੇ ਰੰਗਦਾਰ ਵਸਤਰ ਹੈ ਨਾ ਇਹਨਾਂ ਨੂੰ ਉਤਾਰ ਦੇ। ਭਾਈ ਮੱਲ ਇੱਕ ਜੋੜਾ ਤੂੰ ਮੈਨੂੰ ਅਰਪਣ ਕੀਤਾ ਹੈ ਤੇ ਇੱਕ ਜੋੜਾ ਅਸੀਂ ਤੈਨੂੰ ਅਰਪਣ ਕਰਦੇ ਹਾਂ। ਆ ਕੱਪੜਿਆਂ ਨੂੰ ਵੀ ਕਈ ਵਾਰੀ ਆਪਾਂ ਜੋੜਾ ਹੀ ਕਹਿ ਦਿੰਦੇ ਹਾਂ। ਗੁਰੂ ਸਾਹਿਬ ਜੀ ਨੇ ਆਪਣੇ ਕੋਲੋਂ ਇੱਕ ਚੋਲਾ ਦਿੱਤਾ, ਉਹ ਭਾਈ ਮੱਲ ਨੂੰ ਪਹਿਨਾਇਆ। ਜਦੋਂ ਕਿਹਾ ਤੈਨੂੰ ਅਸੀਂ ਨਾਲ ਬਰਾਤ ਲੈ ਕੇ ਜਾਣੇ ਤੇ ਭਾਈ ਮੱਲ ਕਹਿਣ ਲੱਗੇ ਮੈਂ ਤੇ ਤੁਰ ਵੀ ਨਹੀਂ ਸਕਦਾ। ਸਤਿਗੁਰੂ ਕਹਿਣ ਲੱਗੇ ਤੂੰ ਖੜਾ ਹੋ। ਭਾਈ ਮੱਲ ਖੜਾ ਹੋ ਗਿਆ ਔਰ ਸਤਿਗੁਰੂ ਜੀ ਦੀ ਬਰਾਤ ਗਿਆ, ਨਾਲ ਗਿਆ। ਐਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਬਰਾਤ ਪਹੁੰਚ ਗਈ ਤੇ ਪਿੰਡ ਦੇ ਵਾਸੀਆਂ ਨੇ ਆਖਿਆ ਸਾਡੇ ਪਿੰਡ ਦਾ ਰਿਵਾਜ ਹੈ ਕਿ ਘੋੜੇ ਤੇ ਸਵਾਰ ਹੋ ਕੇ ਕਿੱਲਾ ਪੁੱਟਣਾ ਹੈ। ਅਸੀਂ ਕਿੱਲਾ ਜ਼ਮੀਨ ਵਿੱਚ ਗੱਡਦੇ ਹਾਂ ਤੇ ਉਹ ਕਿੱਲਾ ਤੁਸੀਂ ਪੁੱਟਣਾ ਹੈ। ਤੇ ਅੱਜ ਕੱਲ ਵੀ ਨਿਹੰਗ ਸਿੰਘ ਗੁਰੂ ਕੀ ਲਾਡਲੀਆਂ ਫੌਜਾਂ ਇਹ ਖੇਡ ਦਿਖਾਉਂਦੀਆਂ ਨੇ। ਜਿੱਥੇ ਵੀ ਦਲ ਪੰਥ ਜਾਂਦਾ ਹੈ ਇੱਕ ਨਕਲੀ ਕਿੱਲਾ ਬਣਾ ਕੇ ਜ਼ਮੀਨ ਦੇ ਵਿੱਚ ਗੱਡ ਦਿੱਤਾ ਜਾਂਦਾ ਹੈ ਤੇ ਗੁਰੂ ਕੇ ਸੇਵਕ ਘੋੜਾ ਭਜਾ ਕੇ ਲਿਆਉਂਦੇ ਨੇ, ਦੌੜਾ ਕੇ ਲਿਆਉਂਦੇ ਨੇ ਤੇ ਨੇਜਾ ਮਾਰ ਕੇ ਉਸ ਕਿੱਲੇ ਨੂੰ ਪੁੱਟ ਕੇ ਲੈ ਜਾਂਦੇ। ਪਰ ਇੱਥੇ ਤਾਂ ਹਾਦੀ ਹੋ ਗਈ। ਉਹਨਾਂ ਨੇ ਇੱਕ ਜੰਡ ਦੇ ਰੁੱਖ ਨੂੰ ਉੱਪਰੋਂ ਛਾਂਕ ਕੇ ਇੱਕ ਕਿੱਲੀ ਨੁਮਾ ਕਰ ਦਿੱਤਾ ਹੈ ਜਿਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਸਨ। ਗੁਰੂ ਸਾਹਿਬ ਜੀ ਨੂੰ ਕਿਹਾ ਵੀ ਇਹ ਕਿੱਲਾ ਪੁੱਟਣਾ ਹੈ। ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੋਏ, ਹੱਥ ਵਿੱਚ ਨੇਜਾ ਲਿਆ ਔਰ ਦੂਰੋਂ ਘੋੜਾ ਦੌੜਾ ਕੇ ਲੈ ਕੇ ਆਏ। ਉਸ ਜੰਡ ਦੇ ਦਰਖਤ ਦੇ ਮੁੱਢ ਵਿੱਚ ਮਾਰਿਆ ਤੇ ਸਣੇ ਜੜਾ ਕੁੱਟ ਕੇ ਨਾਲ ਲੈ ਗਏ। ਪਿੰਡ ਵਾਲਿਆਂ ਨੇ ਬਾਅਦ ਵਿੱਚ ਪਛਤਾਵਾ ਕਰਕੇ ਮਾਫੀ ਵੀ ਮੰਗੀ ਕਿਉਂਕਿ ਗੁਰੂ ਦਾ ਕਦੇ ਵੀ ਅੰਤ ਨਹੀਂ ਪਾਉਣਾ ਚਾਹੀਦਾ। ਗੁਰੂ ਦੇ ਉੱਤੇ ਸ਼ਰਧਾ ਰੱਖਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਵਿਆਹ ਆਨੰਦ ਕਾਰਜ ਤੋਂ ਬਾਅਦ ਜਦੋਂ ਗੁਰੂ ਪਿਤਾ ਨੇ ਆਖਿਆ ਕਿ ਲਾਹੌਰ ਸਿਹਾਰੀ ਮੱਲ ਦੇ ਲੜਕੇ ਦੇ ਵਿਆਹ ਦੇ ਉੱਤੇ ਜਾਣੇ ਤੇ ਪ੍ਰਿਥੀ ਚੰਦ ਨੇ ਜਵਾਬ ਦੇ ਦਿੱਤਾ। ਮਹਾਦੇਵ ਨੇ ਆਖਿਆ ਇੱਥੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਵੱਲ ਇਸ਼ਾਰਾ ਕੀਤਾ। ਉਹਨਾਂ ਹੱਥ ਜੋੜ ਕੇ ਕਿਹਾ ਸੀ ਗੁਰੂ ਪਿਤਾ ਜੀ ਇਹ ਤੇ ਐਸੀ ਜਗ੍ਹਾ ਜਿੱਥੇ ਖੁਸ਼ੀ ਦੇ ਵਾਜੇ ਵੱਜਣੇ ਨੇ। ਜੇ ਕੋਈ ਐਸੀ ਵੀ ਜਗ੍ਹਾ ਹੋਵੇ ਜਿੱਥੇ ਪ੍ਰਾਣ ਦੇਣੇ ਪੈ ਜਾਣ, ਜਿੰਦਾ ਆਉਣ ਦੀ ਲਾਲਸਾ ਹੀ ਨਾ ਹੋਵੇ, ਕੋਈ ਆਸ ਹੀ ਨਾ ਹੋਵੇ, ਮੈਂ ਤਾਂ ਉੱਥੇ ਜਾਣ ਨੂੰ ਵੀ ਤਿਆਰ। ਤੁਹਾਡਾ ਹੁਕਮ ਮੰਨ ਕੇ ਇਹ ਤਾਂ ਤੁਸੀਂ ਮੈਨੂੰ ਖੁਸ਼ੀ ਦੇ ਮੌਕੇ ਤੇ ਭੇਜ ਰਹੇ ਹੋ। ਔਰ ਗੁਰੂ ਸਾਹਿਬ ਜੀ ਲਾਹੌਰ ਗਏ, ਬਹੁਤ ਲੰਮਾ ਸਮਾਂ ਉੱਥੇ ਰਹੇ ਔਰ ਪ੍ਰਚਾਰ ਕਰਦੇ ਰਹੇ। ਬਾਅਦ ਵਿੱਚ ਜਦੋਂ ਵਾਪਸ ਆਏ ਤੇ ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਇਹ ਜਾਣ ਕੇ ਕਿ ਗੁਰਤਾ ਗੱਦੀ ਦੇ ਲਾਇਕ ਸਾਡੇ ਛੋਟੇ ਸਾਹਿਬਜ਼ਾਦੇ ਹਨ, ਆਪ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਤੇ ਆਪ ਜੀ ਜੋਤੀ ਜੋਤ ਸਮਾਏ ਸਨ। ਔਰ ਪ੍ਰਿਥੀ ਚੰਦ ਨੇ ਉਸ ਵੇਲੇ ਵੀ ਬੜਾ ਵਿਰੋਧ ਕੀਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨਿਮਰਤਾ ਵਿੱਚ ਰਹਿੰਦੇ ਸਨ। ਪ੍ਰਿਥੀ ਚੰਦ ਜਿਹੜਾ ਸੀ ਉਹ ਅਹੰਕਾਰ ਦੇ ਵਿੱਚ ਰਹਿੰਦਾ ਸੀ, ਇਸ ਵਾਸਤੇ ਖਾਲੀ ਰਹਿ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਥਾਂ ਥਾਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਸਭ ਤੋਂ ਪਹਿਲਾਂ ਸੰਤੋਖਸਰ ਸਰੋਵਰ ਨੂੰ ਮੁਕੰਮਲ ਕਰਵਾਇਆ, ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕਰਵਾਇਆ।
ਔਰ ਉਸ ਦੇ ਵਿੱਚ ਹਰਿਮੰਦਰ ਸਾਹਿਬ ਬਣਵਾਇਆ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਤਰਨਤਾਰਨ ਸਰੋਵਰ ਦੀ ਸੇਵਾ ਕਰਵਾਈ। ਫਿਰ ਕਰਤਾਰਪੁਰ ਜਲੰਧਰ ਦੇ ਲਾਗੇ ਉਹ ਨਗਰ ਵਸਾਉਣਾ ਕੀਤਾ, ਗੋਬਿੰਦਪੁਰਾ ਵਸਾਉਣਾ ਕੀਤਾ, ਤਰਨਤਾਰਨ ਸ਼ਹਿਰ ਵਸਾਉਣਾ ਕੀਤਾ, ਛਾਟਾ ਸਾਹਿਬ ਵਸਾਇਆ, 6 ਅੱਟਾਂ ਵਾਲਾ ਖੂਹ ਲਵਾਇਆ। ਜਦੋਂ ਕਾਲ ਪੈ ਗਿਆ ਸੀ, ਪਾਣੀ ਦੀ ਬੜੀ ਲੋੜ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਾਹੌਰ ਵਿਖੇ ਬੌਲੀ ਸਾਹਿਬ ਦੀ ਸੇਵਾ ਕਰਵਾਈ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਤਰਨਤਾਰਨ ਸ਼ਹਿਰ ਬਣਾਇਆ, ਸਰੋਵਰ ਦੀ ਸੇਵਾ ਕਰਵਾਈ ਤੇ ਪਹਿਲਾ ਕੋੜੀ ਘਰ ਇੱਥੇ ਗੁਰੂ ਸਾਹਿਬ ਜੀ ਨੇ ਬਣਵਾਇਆ। ਮਰਾਦ ਨਗਰ ਦੇ ਚੌਧਰੀ ਦਾ ਜੋ ਪਿਤਾ ਸੀ, ਉਹਦੇ ਸਰੀਰ ਤੇ ਕੋੜ ਹੋ ਗਿਆ ਸੀ ਤੇ ਉਹਨੂੰ ਲੈ ਕੇ ਜਾ ਰਹੇ ਸਨ। ਗੁਰੂ ਸਾਹਿਬ ਜੀ ਨੇ ਪੁੱਛਿਆ, ਕਿੱਥੇ ਲੈ ਕੇ ਜਾ ਰਹੇ ਹੋ? ਕਹਿਣ ਲੱਗੇ, ਅਸੀਂ ਬਿਆਸਾ ਦਰਿਆ ਦੇ ਵਿੱਚ ਪ੍ਰਵਾਹ ਕਰਨ ਚੱਲੇ ਹਾਂ। ਉਹ ਕਹਿਣ ਲੱਗੇ, ਨਹੀਂ, ਇਹਨੂੰ ਤਰਨਤਾਰਨ ਸਰੋਵਰ ਦੇ ਵਿੱਚ ਇਸ਼ਨਾਨ ਕਰਾਓ। ਤਰਨਤਾਰਨ ਸਰੋਵਰ ਦੇ ਵਿੱਚ ਇਸ਼ਨਾਨ ਕਰਾਇਆ, ਉਹਦੇ ਕੋੜ ਦਾ ਰੋਗ ਦੂਰ ਹੋਇਆ ਤੇ ਸਤਿਗੁਰੂ ਜੀ ਨੇ ਉੱਥੇ ਫਿਰ ਕੋੜੀ ਘਰ ਬਣਾ ਦਿੱਤਾ, ਜਿੱਥੇ ਕੋੜ ਦੇ ਰੋਗ ਵਾਲੇ ਮਰੀਜ਼ਾਂ ਦਾ ਇਲਾਜ ਹੁੰਦਾ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਰਾਮਸਰ ਜੋ ਸਰੋਵਰ ਹੈ ਉਸ ਦੀ ਸੇਵਾ ਕਰਵਾਈ। ਫਿਰ ਉਸ ਦੇ ਕੰਢੇ ਤੇ ਬਹਿ ਕੇ ਭਾਈ ਗੁਰਦਾਸ ਜੀ ਤੋਂ ਸਾਰੀ ਬਾਣੀ ਲਿਖਵਾਈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਵਾਈ ਔਰ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ। ਗੁਰੂ ਸਾਹਿਬ ਜੀ ਨੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਤੇ ਬੜੇ ਪਿਆਰ ਦੇ ਨਾਲ ਆਖਿਆ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਨੇ ਸਭ ਪੰਥ। ਬਾਬਾ ਬੁੱਢਾ ਸਾਹਿਬ ਜੀ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਤੇ ਹੁਕਮਨਾਮਾ ਲਓ। ਸਾਰੀ ਸੰਗਤ ਸੁਣੇ। ਅਦਬ ਸਾਹਿਤ ਗ੍ਰੰਥ ਜਬ ਖੋਲਾ, ਲੈ ਆਵਾਜ਼ ਬੁੱਢਾ ਤਬ ਬੋਲਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿਆ। ਸੋਈ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਹਿਲਾ ਹੁਕਮਨਾਮਾ ਆਇਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ। ਸਾਰਾ ਦਿਨ ਦੀਵਾਨ ਸਜਿਆ ਹਰਿਮੰਦਰ ਸਾਹਿਬ ਦੇ ਵਿੱਚ। ਰਾਤ ਨੂੰ ਸੰਪੂਰਨਤਾ ਹੋਣੀ ਹੈ ਤੇ ਬਾਬਾ ਬੁੱਢਾ ਸਾਹਿਬ ਤੇ ਹੋਰ ਸਿੱਖਾਂ ਨੇ ਪੁੱਛਿਆ ਕਿ ਗ੍ਰੰਥ ਸਾਹਿਬ ਵਿਸ਼ਰਾਮ ਕਿੱਥੇ ਕਰਨਗੇ? ਗੁਰੂ ਸਾਹਿਬ ਜੀ ਕਹਿਣ ਲੱਗੇ, ਜਿੱਥੇ ਅਸੀਂ ਵਿਸ਼ਰਾਮ ਕਰਦੇ ਹਾਂ। ਕਹਿਣ ਲੱਗੇ, ਤੁਸੀਂ ਕਿੱਥੇ ਕਰੋਗੇ? ਕਹਿੰਦੇ, ਅਸੀਂ ਤੇ ਜ਼ਮੀਨ ਤੇ ਕਰ ਲਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ, ਪਲੰਗ ਸਾਹਿਬ ਤੇ ਗ੍ਰੰਥ ਸਾਹਿਬ ਵਿਸ਼ਰਾਮ ਕਰਨਗੇ ਤੇ ਅਸੀਂ ਜ਼ਮੀਨ ਤੇ ਹੀ ਕਰ ਲਵਾਂਗੇ। ਤੇ ਅੱਜ ਵੀ ਤੁਸੀਂ ਕੋਠਾ ਸਾਹਿਬ ਦੇ ਅੰਦਰ, ਅਕਾਲ ਤਖਤ ਦੇ ਅੰਦਰ ਕੋਠਾ ਸਾਹਿਬ, ਉਸ ਕੋਠਾ ਸਾਹਿਬ ਦੇ ਅੰਦਰ ਤੁਸੀਂ ਅੱਜ ਵੀ ਦੇਖਿਓ ਜਾ ਕੇ ਸਤਿਗੁਰੂ ਜੀ ਦਾ ਜੋ ਸੁਖਾਸਨ ਸਾਹਿਬ ਦਾ ਜੋ ਪਲੰਗ ਸਾਹਿਬ ਹੈ, ਉਹਦੇ ਥੱਲੇ ਇੱਕ ਦਰੀ ਤੇ ਇੱਕ ਚਾਦਰ ਵਿਛਾਈ ਜਾਂਦੀ ਹੈ। ਉਹ ਕਿਉਂ ਵਿਛਾਈ ਜਾਂਦੀ ਹੈ? ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਵਿੱਚ ਵਿਛਾਈ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਨੇ ਸਭ ਤੋਂ ਜ਼ਿਆਦੀ ਬਾਣੀ ਉਚਾਰੀ ਹੈ 30 ਰਾਗਾਂ ਦੇ ਵਿੱਚ। 2312 ਸ਼ਬਦ, ਅਸ਼ਟਪਦੀਆਂ, ਛੰਤ, ਸ਼ਲੋਕ, ਪੌੜੀਆਂ
ਆਪ ਜੀ ਦੀ ਬਾਣੀ ਹੈ। ਇਹ ਆਪਾਂ ਕਹਿ ਲਈਏ ਵੀ ਤਕਰੀਬਨ ਲਗਭਗ ਅੱਧੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚੀ ਹੋਈ ਹੈ। ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਕਿ ਸਾਨੂੰ ਇਹ ਸੰਪਾਦਨਾ ਕਰਕੇ ਬੜੀ ਵੱਡੀ ਦਾਤ ਦਿੱਤੀ ਹੈ। ਔਰ ਭਾਈ ਗੁਰਦਾਸ ਜੀ ਦੀ ਜ਼ਿੰਮੇਵਾਰੀ ਗੁਰਬਾਣੀ ਨੂੰ ਲਿਖਣ ਦੀ ਲੱਗੀ ਸੀ, ਉਹਨਾਂ ਦੇ ਵੀ ਬਹੁਤ ਵੱਡੇ ਭਾਗ। ਜੇ ਅਕਾਲ ਤਖਤ ਬਣਿਆ 6ਵੇਂ ਪਾਤਸ਼ਾਹ ਦੇ ਸਮੇਂ ਤਾਂ ਵੀ ਭਾਈ ਗੁਰਦਾਸ ਜੀ ਦੀ ਸੇਵਾ ਲੱਗੀ, ਨਾਲ ਬਾਬਾ ਬੁੱਢਾ ਸਾਹਿਬ ਜੀ। ਬੜੀਆਂ ਬਖਸ਼ਿਸ਼ੀਆਂ ਰੂਹਾਂ ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਥਾਂ ਥਾਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ ਤੇ ਉਹਨਾਂ ਦੇ ਸਮੇਂ ਦੇ ਜਿਹੜੇ ਸਿੱਖ ਹੋਏ ਨੇ, ਜਦੋਂ ਦੇਖੋ ਹਰਿਮੰਦਰ ਸਾਹਿਬ ਦੀ ਸੇਵਾ ਹੋ ਰਹੀ ਸੀ ਤੇ ਭਾਈ ਬਹਿਲੋ ਉਹਨੇ ਇੱਟਾਂ ਪਕਾਉਣ ਦੇ ਵਿੱਚ ਯੋਗਦਾਨ ਪਾਇਆ ਤੇ ਗੁਰੂ ਜੀ ਨੂੰ ਜਦੋਂ ਪਤਾ ਲੱਗਾ ਕਿ ਇਹ ਭਾਈ ਬਹਿਲੋ ਦੀ ਸੇਵਾ ਹੈ ਤੇ ਉਹਨਾਂ ਛਾਤੀ ਨਾਲ ਲਾ ਕੇ ਆਖਿਆ, ਭਾਈ ਬਹਿਲੋ ਸਭ ਤੋਂ ਪਹਿਲੋਂ। ਜੇ ਭਾਈ ਮੱਝ ਜੀ ਹੈ ਤੇ ਸਖੀ ਸਰਵਰ ਦਾ ਚੇਲਾ ਸੀ, ਪਰ ਇੱਕ ਦਿਨ ਹਰਿਮੰਦਰ ਸਾਹਿਬ ਉਹ ਸ਼ੋਭਾ ਸੁਣ ਕੇ ਆਇਆ। ਜਦੋਂ ਸਰੋਵਰ ਦੀ ਪਰਕਰਨਾ ਵਿੱਚ ਆਇਆ, ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਤੇ ਮਨ ਮੋਹਿਆ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾ ਕੇ ਦਰਸ਼ਨ ਕੀਤੇ, ਆਖਿਆ ਮੈਨੂੰ ਚਰਨਾਂ ਨਾਲ ਜੋੜ ਲਓ, ਸਿੱਖੀ ਸਿਦਕ ਭਰੋਸਾ ਨਾਮਦਾਨ ਦਿਓ। ਸਤਿਗੁਰੂ ਕਹਿਣ ਲੱਗੇ ਇਹ ਕੋਈ ਖੇਡ ਨਹੀਂ ਹੈ, ਇਹ ਸਿੱਖੀ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ ਤੇ ਵਾਲੋਂ ਬਰੀਕ ਹੈ। ਇਹ ਤੇ ਤੁਰਨਾ ਕੋਈ ਸੌਖੀ ਗੱਲ ਨਹੀਂ ਹੈ। ਜਦੋਂ ਉਹਨੇ ਜਿੱਦ ਕੀਤੀ ਤੇ ਸਤਿਗੁਰੂ ਕਹਿਣ ਲੱਗੇ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ, ਤੂੰ ਸਖੀ ਸਰਵਰ ਦਾ ਪੁਜਾਰੀ ਹੈ, ਤੂੰ ਸਾਡਾ ਸਿੱਖ ਨਹੀਂ ਬਣ ਸਕਦਾ। ਜੇ ਤੂੰ ਸਿੱਖ ਬਣਨੇ ਪਹਿਲਾਂ ਚੰਗੀ ਤਰ੍ਹਾਂ ਸਖੀ ਸਰਵਰ ਦੀ ਪੂਜਾ ਛੱਡ ਕੇ ਆ। ਇਸ ਤਰ੍ਹਾਂ ਕਰਨ ਦੇ ਨਾਲ ਤੇਰਾ ਵਿਰੋਧ ਵੀ ਹੋ ਸਕਦਾ ਹੈ, ਤੇਰੀ ਚੌਧਰਤਾ ਵੀ ਜਾ ਸਕਦੀ ਹੈ, ਗਰੀਬੀ ਪੱਲੇ ਵੀ ਪੈ ਸਕਦੀ ਹੈ ਕਿ ਜਦੋਂ ਕਸਵੱਟੀ ਲਾਉਂਦੇ ਨਾ ਫਿਰ ਚੰਗੀ ਤਰ੍ਹਾਂ ਪਰਖਦੇ ਨੇ ਗੁਰੂ ਸਾਹਿਬ ਇਹ ਪਾਸ ਹੁੰਦਾ ਹੈ ਜਾਂ ਫਿਰ ਫੇਲ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਕਸਵੱਟੀ ਲਾਈ, ਇਹਨੂੰ ਆਖਿਆ ਸਿੱਖੀ ਤੇ ਸਿੱਖੀ ਨਹੀਂ ਟਿਕਣੀ। ਇਹਨੇ ਜਾ ਕੇ ਪਿੰਡ ਉਹ ਜੋ ਪੀਰਖਾਨਾ ਬਣਾਇਆ ਸੀ ਢਾਹ ਦਿੱਤਾ। ਪਿੰਡ ਵਾਲਿਆਂ ਨੇ ਵਿਰੋਧ ਕੀਤਾ, ਘਰ ਵਾਲਿਆਂ ਨੇ ਵਿਰੋਧ ਕੀਤਾ, ਚੌਧਰਤਾ ਜਾਂਦੀ ਰਹੀ। ਬੜੀ ਗਰੀਬੀ ਦੇ ਵਿੱਚੋਂ ਗੁਜ਼ਰਨਾ ਪਿਆ। ਚੱਲਦਾ ਹੋਇਆ ਗੁਰੂ ਦੇ ਦਰ ਤੇ ਆ ਗਿਆ ਔਰ ਗੁਰੂ ਦੇ ਲੰਗਰ ਵਿੱਚ ਸੇਵਾ ਕਰਦਾ ਲੱਕੜਾਂ ਦੀ। ਇੱਕ ਦਿਨ ਗੁਰੂ ਨੇ ਪੁੱਛਿਆ ਪ੍ਰਸ਼ਾਦਾ ਕਿੱਥੋਂ ਛਕਦੇ? ਕਹਿੰਦੇ ਲੰਗਰ ਵਿੱਚੋਂ। ਕਹਿੰਦੇ ਇਹ ਤੇ ਮਜ਼ਦੂਰੀ ਵਾਲੀ ਗੱਲ ਹੋ ਗਈ, ਪ੍ਰਸ਼ਾਦਾ ਆਪਣਾ ਕਮਾ ਕੇ ਛਕਣਾ। ਹੁਣ ਗੁਰੂ ਕੇ ਲੰਗਰ ਵਿੱਚ ਸੇਵਾ ਤੇ ਕਰਦੇ ਪਰ ਪ੍ਰਸ਼ਾਦਾ ਆਪਣੀ ਮਿਹਨਤ ਕਰਕੇ ਛਕਦਾ। ਇੱਕ ਦਿਨ ਲੱਕੜਾਂ ਲੈਣ ਗਿਆ ਸੀ ਤੇ ਹਨੇਰੀ ਝੱਖੜ ਆ ਗਿਆ ਤੇ ਭਾਈ ਮੱਝ ਰਸਤਾ ਖੁੰਝ ਕੇ ਇੱਕ ਖੂਹ ਵਿੱਚ ਡਿੱਗ ਪਏ ਨੇ। ਜਦੋਂ ਖੂਹ ਵਿੱਚੋਂ ਆਵਾਜ਼ ਸੁਣ ਕੇ ਕਿਸੇ ਨੇ ਆ ਕੇ ਦੱਸਿਆ, ਗੁਰੂ ਸਾਹਿਬ ਜੀ ਨੰਗੇ ਪੈਰੀਂ ਦੌੜ ਪਏ। ਸਿੱਖਾਂ ਨੂੰ ਆਖਿਆ ਰੱਸੇ ਲੈ ਕੇ ਆ ਜਾਓ। ਖੂਹ ਕੋਲ ਪਹੁੰਚੇ ਨੇ। ਅੱਜ ਵੀ ਤਰਨ ਤਾਰਨ ਰੋਡ ਦੇ ਉੱਤੇ ਉੱਥੋਂ ਫਿਰ ਅੱਗੇ ਰਸਤਾ ਜਾਂਦਾ ਹੈ। ਇਹ ਖੂਹ ਹੈ, ਖੂਹ ਭਾਈ ਮੱਝ ਜੀ ਦਾ। ਗੁਰੂ ਸਾਹਿਬ ਜੀ ਪਹੁੰਚ ਗਏ, ਸਿੱਖ ਪਹੁੰਚ ਗਏ, ਰੱਸਾ ਲਮਕਾਇਆ ਗਿਆ, ਇਹਨੂੰ ਪਕੜ ਕੇ ਉੱਪਰ ਆ ਜਾਓ। ਉਹ ਕਹਿਣ ਲੱਗਾ ਪਹਿਲਾਂ ਲੱਕੜਾਂ ਕੱਢੀਆਂ ਜਾਣ, ਮੇਰਾ ਸਰੀਰ ਭਿੱਜ ਗਿਆ ਤੇ ਕੁਝ ਵੀ ਵਿਗੜਨਾ ਨਹੀਂ। ਜੇ ਲੱਕੜਾਂ ਭਿੱਜ ਗਈਆਂ ਤੇ ਅੱਗ ਨਹੀਂ ਬਲਣੀ। ਇਹਨਾਂ ਨੂੰ ਗੁਰੂ ਕੇ ਲੰਗਰ ਵਿੱਚ ਪਹੁੰਚਾਓ, ਲੰਗਰ ਤਿਆਰ ਹੋਵੇ, ਮੈਂ ਬਾਅਦ ਵਿੱਚ ਬਾਹਰ ਆਵਾਂਗਾ। ਇਸੇ ਤਰ੍ਹਾਂ ਕੀਤਾ ਗਿਆ। ਜਦੋਂ ਬਾਹਰ ਆਇਆ ਕੀ ਵੇਖਿਆ? ਗੁਰੂ ਅਰਜਨ ਦੇਵ ਮਹਾਰਾਜ ਜੀ ਖੜੇ ਹਨ।
ਚਰਨਾਂ ਤੇ ਝੁਕ ਗਿਆ। ਗੁਰੂ ਸਾਹਿਬ ਨੇ ਛਾਤੀ ਨਾਲ ਲਾਇਆ ਤੇ ਬਚਨ ਕੀਤਾ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਪੋਏ ਥਾ ਜਗ ਲੰਘਨ ਹਾਰਾ। ਗੁਰੂ ਦੇ ਪੋਏ ਹੋਣ ਦਾ ਖਿਤਾਬ ਦਿੱਤਾ, ਗੁਰੂ ਦੇ ਸੀਨੇ ਦਾ ਪਿਆਰ ਮਿਲਿਆ ਔਰ ਸੇਵਾ ਪ੍ਰਵਾਨ ਹੋ ਗਈ। ਇਸ ਤਰ੍ਹਾਂ ਦੇ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਜਿਨ੍ਹਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾ ਲਿਆ ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਪੂਰਨੇ ਪਾ ਗਏ। ਕਿਤੇ ਦੁੱਖ ਵੀ ਆਵੇ ਤੇ ਘਬਰਾਇਓ ਨਾ, ਉਸ ਪਰਮਾਤਮਾ ਨੂੰ ਯਾਦ ਰੱਖਿਓ। ਦੁੱਖ ਵਿੱਚ ਉਹੀ ਇੱਕ ਬਾਂਹ ਫੜਦਾ ਹੈ, ਉਹੀ ਇੱਕ ਮਦਦਗਾਰ ਹੁੰਦਾ ਹੈ। ਦੁੱਖ ਵਿੱਚ ਮਨੁੱਖ ਸਾਥ ਛੱਡ ਦਿੰਦੇ ਨਹੀਂ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ। ਜਦੋਂ ਬਿਪਤਾ ਆਉਂਦੀ ਹੈ ਸਾਰੇ ਸਾਥ ਛੱਡ ਦਿੰਦੇ ਨਹੀਂ। ਇੱਕ ਰੱਬ ਹੈ, ਇੱਕ ਗੁਰੂ ਹੈ ਜਿਹੜਾ ਸਾਥ ਨਿਭਾਉਂਦਾ ਹੈ। ਤਤੀ ਤਵੀ ਤੇ ਬਹਿ ਕੇ ਵੀ ਆਖਿਆ, ਉਲਾਹਣੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇੱਕ ਹੋਰ ਸਿੱਖ ਹੋਇਆ ਗੁਰੂ ਸਾਹਿਬ ਜੀ ਦਾ ਚਰਨਾਂ ਦਾ ਭੌਰਾ ਭਾਈ ਸੱਦਾ। ਇਹ ਲਾਹੌਰ ਦੇ ਲਾਗੇ ਬੰਨੇ ਕਿਸੇ ਨਗਰ ਦੇ ਵਿੱਚ ਰਹਿੰਦਾ ਸੀ। ਜਿਸ ਤਰ੍ਹਾਂ ਭਾਈ ਲੱਦਾ ਪਰਉਪਕਾਰੀ, ਉਹਨੂੰ ਵੀ ਇਤਿਹਾਸ ਵਿੱਚ ਲਿਖਿਆ ਹੈ ਕਿ ਉਹ ਲਾਹੌਰ ਦੇ ਰਹਿਣ ਵਾਲਾ ਸੀ, ਪਰ ਉਹ ਸਾਡੇ ਨਗਰ ਦੇ ਲਾਗੇ ਹੀ ਥੋੜੀ ਦੂਰ ਹੀ ਉਹ ਨਗਰ ਹੈ ਜਿੱਥੋਂ ਦਾ ਰਹਿਣ ਵਾਲਾ ਸੀ ਔਰ ਲਾਹੌਰ ਤੋਂ ਕਈ ਕਿਲੋਮੀਟਰ ਦੀ ਦੂਰੀ ਤੇ ਹੈ। ਕਿਉਂਕਿ ਉਦੋਂ ਇਹ ਲਾਹੌਰ ਪਰਗਣਾ ਵੱਜਦਾ ਸੀ। ਇਹ ਸਾਰੇ ਜਿਹੜੇ ਪਿੰਡ ਸਨ ਇਹਨਾਂ ਨੂੰ ਲਾਹੌਰ ਕਹਿ ਕੇ ਹੀ ਬੁਲਾਇਆ ਜਾਂਦਾ ਸੀ। ਕਿ ਜਿਸ ਤਰ੍ਹਾਂ ਹੁਣ ਆਪਾਂ ਕੋਈ ਦਿੱਲੀ ਦੇ ਬਾਹਰ ਵੀ ਰਹਿੰਦਾ ਹੋਵੇ ਤੇ ਉਹ ਵੀ ਕਹਿ ਦਿੰਦਾ ਵੀ ਮੈਂ ਦਿੱਲੀ ਵਿੱਚ ਰਹਿਣਾ, ਭਾਵੇਂ ਬਾਰਡਰ ਦੇ ਨਾਲ ਹੀ ਰਹਿੰਦਾ ਹੋਵੇ। ਇਸ ਤਰ੍ਹਾਂ ਕੋਈ ਕਨਾਟ ਪਲੇਸ ਰਹਿੰਦਾ ਹੈ, ਉਹ ਵੀ ਦਿੱਲੀ ਵਿੱਚ ਹੈ ਜੋ ਸੈਂਟਰ ਹੈ, ਤੇ ਕੋਈ ਦਿੱਲੀ ਦੇ ਬਾਰਡਰ ਤੇ ਰਹਿੰਦਾ ਹੈ, ਉਹ ਵੀ ਦਿੱਲੀ ਵਿੱਚ। ਇਸ ਤਰ੍ਹਾਂ ਇਹ ਲਾਹੌਰ ਦਾ ਏਰੀਆ। ਉਹਦੀ ਜਿਹੜੀ ਧਰਮ ਸਪਤਨੀ ਹੈ ਉਹ ਮਨ ਵਿੱਚ ਸੋਚਦੀ, ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਘਰ ਆਉਣ ਤੇ ਮੈਂ ਪ੍ਰਸ਼ਾਦਾ ਛਕਾ ਕੇ ਸੇਵਾ ਕਰਾਂ। ਗੁਰੂ ਸਾਹਿਬ ਜੀ ਜਦੋਂ ਲਾਹੌਰ ਗਏ ਨਾ, ਜਾਂਦੇ ਜਾਂਦੇ ਫਿਰ ਇਹਨਾਂ ਦੇ ਘਰ ਗਏ ਨਹੀਂ। ਉੱਥੇ ਫਿਰ ਗੁਰੂ ਸਾਹਿਬ ਦੇ ਨਾਲ ਸੰਗਤ ਦੀ ਸੇਵਾ ਕੀਤੀ ਗਈ, ਪ੍ਰਸ਼ਾਦਾ ਛਕਾਇਆ ਗਿਆ। ਉੱਥੇ ਕਵੀ ਸੰਤੋਖ ਸਿੰਘ ਜੀ ਲਿਖਦੇ, ਭੰਗ ਭੋਜ ਲੇਜ ਤੇ ਜੋਸ, ਇਹ 4 ਪ੍ਰਕਾਰ ਦਾ ਖਾਣਾ ਪਰੋਸਿਆ ਗਿਆ। ਇੱਕ ਪਦਾਰਥ ਹੁੰਦਾ ਹੈ ਜਿਹੜਾ ਚੱਪਣ ਵਾਲਾ ਹੁੰਦਾ ਹੈ, ਜਿਹਨੂੰ ਦੰਦਾਂ ਨਾਲ ਅਸੀਂ ਚਬਾ ਕੇ, ਜਿਸ ਤਰ੍ਹਾਂ ਬਦਾਮ ਦੀ ਗਿਰੀ, ਕਾਜੂ, ਅਖਰੋਟ ਆਦਿ, ਮੂੰਗਫਲੀ, ਚਨੇ ਭੁੱਜੇ ਹੋਏ, ਇਹੋ ਜਿਹਾ ਜਿਹੜਾ ਭੋਜਨ ਹੈ। ਇੱਕ ਹੁੰਦਾ ਹੈ ਜਿੱਦਾਂ ਆਪਾਂ ਦਾਲ ਪ੍ਰਸ਼ਾਦਾ ਛਕਦੇ ਹਾਂ। ਇੱਕ ਹੁੰਦਾ ਹੈ ਕਿ ਤਰਲ ਪਦਾਰਥ, ਜਿੱਦਾਂ ਲੱਸੀ ਹੋਈ, ਪਾਣੀ ਹੋਇਆ, ਚਾਹ, ਦੁੱਧ ਆਦਿ, ਸ਼ਰਬਤ ਹੋਇਆ। ਇੱਕ ਚੂਸ, ਜਿਹੜਾ ਚੂਸਣ ਵਾਲਾ ਪਦਾਰਥ ਹੈ, ਕੋਈ ਜਿੱਦਾਂ ਮਿਸ਼ਰੀ ਹੈ, ਭੋਜਨ ਤੋਂ ਬਾਅਦ ਆਪਾਂ ਖਾਂਦੇ ਹਾਂ। ਵਿਆਹ ਸ਼ਾਦੀਆਂ ਤੁਸੀਂ ਦੇਖਦੇ ਹੋ, ਕੁਲਫੀ ਹੋਈ, ਇਸ ਤਰ੍ਹਾਂ ਦੇ ਜਿਹੜੇ ਪਦਾਰਥ ਨੇ ਉਹਨੂੰ ਚੂਸ ਕਹਿੰਦੇ ਨੇ, ਚੂਸਣ ਵਾਲਾ ਪਦਾਰਥ। ਇਹ ਸਾਰੇ ਪ੍ਰਕਾਰ ਦੇ ਪਦਾਰਥ ਜਿਹੜੇ ਨੇ ਉਹ ਬਣਾਏ ਗਏ, ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਗਈ। ਉੱਥੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੰਸ ਪੰਸ ਦੇ ਵਿੱਚੋਂ ਤਖਤ ਮੱਲ ਨੇ ਆ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿ ਤੁਹਾਡੀ ਜਗ੍ਹਾ ਮੈਂ ਚਲੇ ਜਾਣਾ ਲਾਹੌਰ ਦਰਬਾਰ ਦੇ ਵਿੱਚ,
ਤੁਸੀਂ ਸੰਸਾਰ ਤੇ ਰਹੋ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਸੀਸ ਲੱਗੇਗਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਸਿੱਖ ਨੂੰ ਕਹਿੰਦੇ ਕਿ ਤੇਰੀ ਅਜੇ 40 ਸਾਲ ਉਮਰ ਬਾਕੀ ਹੈ, ਤੇ ਉਸ ਵੇਲੇ ਜਦੋਂ ਤੂੰ ਸੰਸਾਰ ਤੋਂ ਪਰਲੋਕ ਪਿਆਰਨਾ ਕਰੇਗਾ ਤੇ ਸਾਡੇ ਵਿੱਚ ਹੀ ਸਮਾ ਜਾਵੇਂਗਾ। ਇਹ ਜਿਹੜਾ ਕਾਰਜ ਸਾਡੀ ਜਿੰਮੇ ਲੱਗਾ ਉਹ ਅਸੀਂ ਹੀ ਕਰਨਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਵੇਲੇ ਉਸ ਨੂੰ ਉਪਦੇਸ਼ ਦੇ ਕੇ ਫਿਰ ਲਾਹੌਰ ਦਰਬਾਰ ਦੇ ਵਿੱਚ ਜਾਣਾ ਕੀਤਾ ਸੀਗਾ, ਜਿੱਥੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋਈ। ਔਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜੇ ਸਨ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਸਮੂਹ ਸੰਗਤਾਂ ਨੇ ਹਾਜ਼ਰੀ ਭਰੀ। ਕੱਲ੍ਹ ਦੇ ਦਿਨ ਵੀ, ਅੱਜ ਦੇ ਦਿਨ ਵੀ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਬੇਅੰਤ ਵਧਾਈ ਹੋਵੇ। ਦੋ ਪੰਕਤੀਆਂ ਕਵੀ ਸੰਤੋਖ ਸਿੰਘ ਜੀ ਦੀ ਹਾਜ਼ਰੀ ਲਵਾ ਕੇ ਆਪਾਂ ਫਿਰ ਸੰਪੂਰਨਤਾ ਕਰੀਏ। ਬੜੇ ਪਿਆਰ ਦੇ ਨਾਲ ਕਵੀ ਜੀ ਬਿਆਨ ਕਰਦੇ ਹਨ ਜੀ। ਕੰਨ ਜਨਾਰ ਕੰਨ ਵਿਖਵਕ ਸੈਨਾ ਕਲਮਲ ਹਰਤਾ ਪੰਕਜ ਨੈਣਾ। ਇਸ ਤਰ੍ਹਾਂ ਕਵੀ ਜੀ ਬੜੇ ਪਿਆਰ ਦੇ ਨਾਲ ਆਖਦੇ ਕੰਨ ਜਨਾਰਦਨ। ਜਿਹੜੇ ਸਾਰੇ ਲੋਕ ਹਨ ਉਹ ਉਸ ਅਕਾਲ ਪੁਰਖ ਕੋਲੋਂ ਹੀ ਦਾਤਾ ਮੰਗਦੇ ਹਨ। ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਆਖਾਂ ਮੰਗੈ ਦੇਹ ਦੇਹ ਦਾਤ ਕਰੇ ਦਾਤਾ। ਉਹ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਤੇ ਨਾਲ ਕਲਮਲ ਹਰਤਾ ਪੰਕਜ ਨੈਣਾ। ਉਹ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਉਹ ਪਰਮਾਤਮਾ। ਕਮਲ ਵਰਗੇ ਉਹਦੇ ਨੈਣ ਹਨ ਜੋਗੇਸ਼ਵਰ ਕੇ ਧਿਆਨ ਬਸਈਆ। ਗੋਰਖਨਾਥ ਆਦਿ ਜੋਗੀਆਂ ਦੇ ਧਿਆਨ ਵਿੱਚ ਵਸਣ ਵਾਲਾ ਹੈ। ਜਿਹੜੇ ਯੋਗ ਸਾਧਨਾ ਵਿੱਚ ਪੁੱਗ ਜਾਂਦੇ ਨੇ ਉਹਨਾਂ ਦੇ ਧਿਆਨ ਵਿੱਚ ਵਸਣ ਵਾਲਾ। ਸ਼ਾਮ ਰੂਪ ਅਨੂਪ ਸੁਹਈਆ। ਉਹਨਾਂ ਦਾ ਸ਼ਾਮ ਰੂਪ ਅਨੂਪਮ ਜੋ ਰੂਪ ਹੈ ਉਹ ਸ਼ੋਭਦਾ ਹੈ ਰੱਬ ਜੀ ਦਾ। ਇਹ ਇਸ ਤਰੀਕੇ ਦੇ ਨਾਲ ਸਿਫਤ ਕੀਤੀ ਗਈ ਰੱਬ ਦੀ ਕਿ ਮੈਂ ਕੇਵਲ ਰੱਬ ਨੂੰ ਹੀ ਹਰ ਥਾਂ ਵੇਖਦਾ। ਮੈਂ ਨਾ ਕਿਸੇ ਗੋਰਖ ਨੂੰ ਮੰਨਦਾ, ਨਾ ਮੈਂ ਸ਼ੇਸ਼ਨਾਗ ਨੂੰ ਮੰਨਦਾ, ਨਾ ਮੈਂ ਕਿਸੇ ਹੋਰ ਨੂੰ ਮੰਨਦਾ। ਮੈਂ ਤੇ ਕੇਵਲ ਰੱਬ ਨੂੰ ਮੰਨਦਾ ਤੇ ਹਰ ਥਾਂ ਮੈਂ ਰੱਬ ਨੂੰ ਵਸਦਾ ਵੇਖਦਾ ਹਾਂ ਜੀ। ਖੜਗ ਕੇਤ ਅਸ ਕੇਤ ਨਰੰਜਨ ਭਗਤਨ ਮੈਂ ਪਵ ਪਿਆਨ ਪਰ ਭੰਜਨ। ਜਿਹਦੇ ਝੰਡੇ ਵਿੱਚ ਕਿਰਪਾਨ ਦਾ ਖੜਗ ਦਾ ਨਿਸ਼ਾਨ ਹੈ। ਆਕਾਰ ਰਹਿਤ ਜਿਹੜੀ ਕਿਰਪਾਨ ਨੂੰ ਪਕੜਨ ਵਾਲੇ ਹਨ ਜੀ। ਮਹਾਕਾਲ ਬੜ ਉਗਰ ਸਰੂਪੰ ਸਾਹਨ ਸਾਹ ਭੂਪ ਗਨ ਭੂਪੰ। ਤੇ ਨਾਲ ਇੱਕ ਗੱਲ ਕਹੀ ਕਵੀ ਜੀ ਕਹਿੰਦੇ ਭਗਤਨ ਪ੍ਰੇਮ ਪਵ ਭਾਨ ਪਰ ਭੰਜਨ। ਉਹ ਭਗਤਾਂ ਦੇ ਪਿਆਰੇ ਹਨ ਰੱਬ ਜੀ ਤੇ ਭਿਆਨਕ ਸੰਸਾਰ ਨੂੰ ਨਾਸ਼ ਕਰਨ ਵਾਲੇ ਹਨ। ਫਿਰ ਆਖਿਆ ਮਹਾਕਾਲ ਦਾ ਬੜਾ ਭਿਆਨਕ ਸਰੂਪ ਹੈ। ਉਹ ਬਾਦਸ਼ਾਹ ਦੇ ਬਾਦਸ਼ਾਹ ਤੇ ਰਾਜਿਆਂ ਦੇ ਰਾਜੇ ਹਨ। ਕਿਤੇ ਨਾ ਕਿਤੇ ਸ਼ਿਵ ਜੀ ਵਰਗੇ ਵੀ ਉਹਦਾ ਹੀ ਧਿਆਨ ਧਰਦੇ ਹਨ। ਸੋ ਇਹ ਰੱਬ ਦੀ ਮਹਿਮਾ ਹੈ। ਇਹ ਤੇ ਆਦਿਕ ਜੇ ਨਾਮ ਅਪਾਰਾ ਕਰ ਵਿਸਤਾਰ ਨ ਪਾਈਅਤ ਪਾਰਾ। ਉਸ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਬੇਅੰਤ ਨਾਮ ਹਨ। ਕਿਸੇ ਨਾਮ ਦੇ ਨਾਲ ਵੀ ਉਹਨੂੰ ਯਾਦ ਕਰ ਲਓ। ਰੱਬ ਬਖਸ਼ਿਸ਼ਾਂ ਕਰਦਾ ਹੈ, ਰੱਬ ਰਹਿਮਤਾਂ ਕਰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਪਾਵਨ ਦਰ ਦੀ ਹਾਜ਼ਰੀ ਭਰਨ ਦਾ ਬਲ ਬਖਸ਼ਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੜੇ ਪਿਆਰ ਸਤਿਕਾਰ ਦੇ ਨਾਲ ਸਮੂਹ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।